Good morning, dear students. In last video, we discussed about the basic of this chapter. So what was the basic? We discussed Oersted experiment. In that experiment, Oersted proved presence of the magnetic field due to current carrying conductor, and also discussed what is the direction of magnetic field due to a current carrying conductor. The rule was right hand thumb rule and cork rule. So now we are going to discuss our next topic. We are going to find what is the unit of the magnetic field. We discussed in last video magnetic force. What was the magnetic force? The magnetic force was F equal to QVB sin theta. So when a charged particle is moving in a magnetic field, the charged particle experience force equal to QVB sin theta. So from this relation we are going to find unit of the magnetic field. V is the symbol of the magnetic field. ਹੁਣ ਆਪਾਂ ਕੀ ਕਰਨਾ ਵਾ, ਆਪਾਂ ਇਸ ਜੋ ਰਿਲੇਸ਼ਨ ਡਰਾਈਵ ਕੀਤਾ ਸੀ ਮੈਗਨੈਟਿਕ ਫੋਰਸ ਦੇ ਲਈ, ਉਸ ਨੂੰ ਯੂਜ਼ ਕਰਕੇ ਆਪਾਂ ਕੀ ਕਰਨਾ ਵਾ, ਆਪਾਂ ਰਿਲੇਸ਼ਨ ਫਾਈਂਡ ਕਰਨਾ ਵਾ, ਯੂਨਿਟ ਫਾਈਂਡ ਕਰਨਾ ਮੈਗਨੈਟਿਕ ਫੀਲਡ ਦੇ ਜਾਂ ਮੈਗਨੈਟਿਕ ਫਲਕਸ ਡੈਂਸਿਟੀ, ਜਾਂ ਇਹਨੂੰ ਆਪਾਂ ਮੈਗਨੈਟਿਕ ਫੀਲਡ ਇੰਟੈਂਸਿਟੀ ਵੀ ਕਹਿ ਦਿੰਦੇ ਹਾਂ। ਤਾਂ ਮਤਲਬ B ਦੇ ਆਪਾਂ ਯੂਨਿਟ ਫਾਈਂਡ ਕਰਨੇ ਆ ਇਸ ਰਿਲੇਸ਼ਨ ਨੂੰ ਯੂਜ਼ ਕਰਕੇ। ਸਭ ਤੋਂ ਪਹਿਲਾਂ ਜਿਹੜੇ ਯੂਨਿਟ ਹੁੰਦੇ ਆ, ਯੂਨਿਟ ਆਫ ਮੈਗਨੈਟਿਕ ਫੀਲਡ 1 टेस्ला। जो मैग्नेटिक फील्ड दे SI यूनिट है, SI यूनिट ऑफ मैग्नेटिक फील्ड की होंगे आ टेस्ला। ਆਪਾਂ 1 टेस्ला ਨੂੰ डिफाइन करना कि 1 टेस्ला ਹੁੰਦਾ ਕੀ ਹੈ। ਉਹ 1 टेस्ला ਨੂੰ ਆਪਾਂ डिफाइन ਕਰਾਂਗੇ ਆ ਵਾਲੇ ਰਿਲੇਸ਼ਨ ਤੋਂ, ਠੀਕ ਹੈ। B equal to F over QB sin theta। ਇਹ ਰਿਲੇਸ਼ਨ ਯੂਜ਼ ਕਰਕੇ ਆਪਾਂ ਫਾਈਂਡ ਕਰਾਂਗੇ ਮੈਗਨੈਟਿਕ ਫੀਲਡ ਦੇ ਯੂਨਿਟ। ਹੁਣ ਆ ਜੋ ਮੈਂ ਫਿਜ਼ੀਕਲ ਕੁਆਂਟੀਟੀਜ਼ ਲਿਖੀਆਂ, ਇਹਨਾਂ ਸਾਰਿਆਂ ਦੇ ਯੂਨਿਟਸ ਆਪਾਂ ਨੂੰ ਪਤਾ। ਫੋਰਸ ਦੇ ਮੈਗਨੈਟਿਕ ਫੀਲਡ ਦੇ ਟੈਸਲਾ, ਫੋਰਸ ਦੇ ਨਿਊਟਨ, ਚਾਰਜ ਦੇ ਕੂਲਮ, ਵੈਲੋਸਿਟੀ ਦੇ ਮੀਟਰ ਪਰ ਸੈਕਿੰਡ। ਤੇ ਜੋ sin ਥੀਟਾ ਵਾ ਉਸ ਦੀ ਕੋਈ ਨਾ ਕੋਈ ਨੂਮੈਰੀਕਲ ਵੈਲਿਊ ਹੋਊਗੀ, ਠੀਕ ਆ। ਆਪਾਂ ਨੂੰ ਪਤਾ sin ਆ ਜੋ -1 to 1 ਦੇ ਵਿੱਚ ਵੇਰੀ ਕਰਦਾ, ਮਤਲਬ ਮਿਨੀਮਮ ਵੈਲਿਊ -1, ਹਾਈਐਸਟ +1, ਮਤਲਬ ਕੋਈ ਨਾ ਕੋਈ ਆਪਾਂ ਨੂੰ ਨੰਬਰ ਮਿਲੂਗਾ ਇਹਦੀ ਵੈਲਿਊ ਪੁੱਟ ਕਰਕੇ। ਤੇ ਆਪਾਂ ਨੂੰ ਪਤਾ ਕੋਈ ਵੀ ਨੰਬਰ ਆ ਜੋ ਉਹਦੇ ਕੋਈ ਵੀ ਯੂਨਿਟ ਨਹੀਂ ਹੁੰਦੇ, ਇਸ ਕਰਕੇ sin ਥੀਟਾ ਜੋ ਉਸ ਦੇ ਆਪਾਂ ਕੋਈ ਵੀ ਯੂਨਿਟ ਨਹੀਂ ਰਾਈਟ ਕਰਾਂਗੇ। ਆਪਣੇ ਕੋਲ ਆ ਬਣ ਗਿਆ। ਇਹਨਾਂ ਤੋਂ ਹੁਣ ਆਪਾਂ ਦੱਸਾਂਗੇ ਕਿ 1 टेस्ला किस ਦੇ ਇਕੁਅਲ ਹੋਊਗਾ। 1 टेस्ला इक्वल टू न्यूटन, कूलम इनवर्स, ऊपर जाके कूलम इनवर्स, मीटर इनवर्स सेकंड। इस तरह अपने को जो 1 टेस्ला इस ਦੇ ਇਕੁਅਲ ਹੋ ਗਿਆ न्यूटन पर कूलम मीटर इनवर्स सेकंड। ਇਹ ਆਪਣੇ ਕੋਲ ਕੀ ਆ ਗਿਆ, 1 टेस्ला ਦੀ ਵੈਲਿਊ ਆ ਗਈ। ਹੁਣ ਆਪਾਂ ਨੂੰ ਡਿਫਾਈਨ ਕਰਨਾ ਇਹਨੂੰ ਕਿ ਜੋ ਚਾਰਜ ਪਾਰਟੀਕਲ ਆ ਉਸ ਦੇ ਉੱਤੇ ਮੈਗਨੈਟਿਕ ਫੋਰਸ ਐਕਸਪੀਰੀਅੰਸ ਹੁੰਦਾ, ਪਰ ਜੋ ਆਪਾਂ ਮੈਗਨੈਟਿਕ ਫੀਲਡ ਅਪਲਾਈ ਕੀਤਾ ਆਪਾਂ ਨੂੰ ਕਿਵੇਂ ਪਤਾ ਲੱਗੂ 1 टेस्ला। ਸੋ ਆਪਾਂ ਨੂੰ 1 टेस्ला ਨੂੰ ਇਸ ਰਿਲੇਸ਼ਨ ਤੋਂ ਡਿਫਾਈਨ ਕਰਨਾ। ਦੇਖੋ ਕਿਵੇਂ, ਸਪੋਜ਼ ਕਰ ਲਓ ਕੋਈ ਚਾਰਜ ਪਾਰਟੀਕਲ ਆ। ਚਾਰਜ ਪਾਰਟੀਕਲ ਦਾ ਮਤਲਬ ਜਿਹੜਾ ਆਪਣਾ ਚਾਰਜ ਆ ਉਹਦੇ ਉੱਤੇ ਚਾਰਜ ਕਿੰਨਾ ਵਾ 1 ਕੂਲਮ ਦਾ। 1 ਕੂਲਮ ਦਾ ਚਾਰਜ ਮੈਗਨੈਟਿਕ ਫੀਲਡ ਕਿੰਨੇ ਮੈਗਨੈਟਿਕ ਫੀਲਡ 'ਚ ਮੂਵ ਕਰਦਾ ਪਿਆ 1 टेस्ला ਦੇ ਵਿੱਚ, ਤੇ ਉਹ ਕਿੰਨਾ ਫੋਰਸ ਐਕਸਪੀਰੀਅੰਸ ਕਰਦਾ ਪਿਆ 1 ਨਿਊਟਨ, ਤੇ ਉਹਦੀ ਜੋ ਵੈਲੋਸਿਟੀ ਹੋਊਗੀ 1 ਮੀਟਰ ਪਰ ਸੈਕਿੰਡ ਹੋਊਗੀ। ਮਤਲਬ ਜੇ ਕੋਈ ਚਾਰਜ ਪਾਰਟੀਕਲ ਆਪਣੇ ਕੋਲ, ਉਹ ਚਾਰਜ ਪਾਰਟੀਕਲ 1 ਕੂਲਮ ਦਾ, ਤੇ ਆ ਸਾਈਨ ਨੂੰ ਵੀ ਨੈਗਲੈਕਟ ਕਰਨਾ। ਹੁਣ ਆਪਾਂ ਨੂੰ ਪਤਾ ਜੋ sin 90 ਆ ਉਹਦੀ ਵੈਲਿਊ 1 ਹੁੰਦੀ ਹੈ,
मतलब जो अपने को एंगल आ थीटा वो 1 होना चाहिए 90 डिग्री। फिर साइन की जो वैल्यू आ वो कितनी होगी 1 जाके बनेगी। ਆਪਾਂ ਕੀ ਕਿਹਾ ਸੀਗਾ ਜੋ ਥੀਟਾ ਜੋ ਪ੍ਰੀਵੀਅਸ ਡਾਇਗਰਾਮ ਸੀ ਜਦੋਂ ਆਪਾਂ ਰਿਲੇਸ਼ਨ ਡਰਾਈਵ ਕੀਤਾ ਸੀ ਉਹਦੇ ਚ ਆਪਾਂ ਕੀ ਕਿਹਾ ਸੀਗਾ ਕਿ ਜੋ ਚਾਰਜ ਪਾਰਟੀਕਲ ਆ ਉਹ ਐਂਗਲ ਥੀਟਾ ਤੇ ਮੂਵ ਕਰਦਾ ਪਿਆ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਸੀਗੀ। ਆਪਾਂ ਕੀ ਕਰਨਾ ਵਾ ਆ ਜੋ ਚਾਰਜ ਪਾਰਟੀਕਲ ਮੂਵ ਕਰਦਾ ਪਿਆ ਐਂਗਲ ਥੀਟਾ ਦੇ ਉੱਤੇ ਉਹਦੀ ਵੈਲਿਊ ਆ ਜੋ थीटा की कितनी होनी चाहिए 90 डिग्री की। मतलब आ जो चार्ज पार्टिकल कितनी डिग्री से मूव करता पाया 90 डिग्री से 90 डिग्री से मूव करता पाया। इस मैग्नेटिक फील्ड तो ਇਹਦੀ ਜਿਹੜੀ ਵੈਲਿਊ ਆ ਉਹ ਕਿੰਨੀ ਹੋਊਗੀ 90 डिग्री। मैग्नेटिक फील्ड तो ਇਹਦੀ ਵੈਲਿਊ ਕਿੰਨੀ ਹੋਊਗੀ 90 डिग्री। इस करके अपने को की आ जाएगा sin थीटा की वैल्यू कितनी आ जाएगी 90 डिग्री 1 डिग्री है ਇਹਦੀ वैल्यू कितनी हो जाए sin थीटा की 1 हो जाएगी। ਤੇ जो अपना चार्ज पार्टिकल आ ਉਹਦੀ ਜਿਹੜੀ वैल्यू 1 ਕੂਲਮ ਆ ਕਿੰਨੀ ਵੈਲੋਸਿਟੀ ਨਾਲ ਮੂਵ ਕਰਦਾ ਪਿਆ 1 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ। ਇਸ ਉੱਤੇ ਜਿਹੜਾ ਫੋਰਸ ਲੱਗਦਾ ਪਿਆ ਚਾਰਜ ਪਾਰਟੀਕਲ ਦੇ ਉੱਤੇ ਉਹ ਫੋਰਸ ਕਿੰਨਾ ਵਾ 1 ਨਿਊਟਨ ਦਾ। जे कोई चार्ज पार्टिकल आपके उत्ते 1 न्यूटन का फोर्स एक्सपीरियंस करता है कितना वा 1 कूलम का ਤਾਂ ਕੀ ਹੋਊਗਾ ਉਸ ਤੋਂ ਬਾਅਦ ਉਹਦੇ ਉੱਤੇ ਕਿੰਨੀ ਵੈਲਿਊ ਹੋਊਗੀ ਉਸ ਚਾਰਜ ਪਾਰਟੀਕਲ ਦੀ 1 ਕੂਲਮ ਦੇ ਉੱਤੇ ਕਿੰਨਾ ਫੋਰਸ ਲੱਗਦਾ ਪਿਆ 1 ਨਿਊਟਨ ਦਾ ਤੇ ਉਹ ਕਿੰਨੀ ਵੈਲੋਸਿਟੀ ਦੇ ਨਾਲ ਮੂਵ ਕਰਦਾ ਪਿਆ 1 ਮੀਟਰ ਪਰ ਸੈਕਿੰਡ ਵੈਲੋਸਿਟੀ ਦੇ ਨਾਲ। अपने को कोई चार्ज पार्टिकल है वो चार्ज पार्टिकल 1 कूलम का चार्ज पार्टिकल है वो कितनी वेलोसिटी नाल मूव करता पिया 1 मीटर पर सेकंड की वेलोसिटी के नाल मूव करता पिया। ਉਹਦੇ ਉੱਤੇ 1 ਨਿਊਟਨ ਦਾ ਫੋਰਸ ਲੱਗਣਾ ਚਾਹੀਦਾ ਤੇ ਜੇ ਇਹ ਚੀਜ਼ਾਂ ਸੈਟੀਸਫਾਈ ਹੁੰਦੀਆਂ ਆਪਾਂ ਕੀ ਕਵਾਂਗੇ ਜੋ ਆਪਾਂ ਮੈਗਨੈਟਿਕ ਫੀਲਡ ਅਪਲਾਈ ਕੀਤਾ ਉਸ ਮੈਗਨੈਟਿਕ ਫੀਲਡ ਦੀ ਵੈਲਿਊ ਕਿੰਨੀ ਹੋਊਗੀ 1 टेस्ला। ठीक है इन्हें डिफाइन करना इफ अ चार्ज पार्टिकल ऑफ 1 कूलम मूविंग परपेंडिकुलर क्योंकि परपेंडिकुलर हो गया ना मूविंग परपेंडिकुलर टू मैग्नेटिक फील्ड विद वेलोसिटी 1 मीटर पर सेकंड एंड एक्सपीरियंस फोर्स 1 न्यूटन देन मैग्नेटिक फील्ड इज सेड टू बी 1 टेस्ला। ठीक है फिर आप मैग्नेटिक फील्ड को कितना कह सकते हैं 1 टेस्ला। तो ये सी डेफिनेशन ऑफ मैग्नेटिक फील्ड जिन्हों आप डिफाइन करता इफ अ चार्ज पार्टिकल ऑफ 1 कूलम मूविंग परपेंडिकुलर टू मैग्नेटिक फील्ड विद वेलोसिटी 1 मीटर पर सेकंड एक्सपीरियंस फोर्स 1 न्यूटन देन मैग्नेटिक फील्ड सेट टू बी 1 टेस्ला। ठीक है ये अपने को डेफिनेशन आ गई। और उस तो बाद सीजीएस यूनिट भी होंगे वो सीजीएस यूनिट अपने को की आ सीजीएस यूनिट है जो मैग्नेटिक फील्ड दे वो होंगे 1 गॉस जेडे गॉस आ वो सीजीएस यूनिट हो गई। तो एसआई यूनिट अपने को टेस्ला सीगे सीजीएस यूनिट मैग्नेटिक फील्ड दे गॉस होंगे। इसी तरह तुम इन्हों डिफाइन कर सकते हैं फोर्स के सीजीएस यूनिट की होंगे अपने को डाइन स्टैट कूलम सेंटीमीटर पर सेकंड। ठीक है ये अपने को बन जूगा 1 गॉस के इक्वल। इसी तरह तुम इन्हों डिफाइन कर सकते हो। हुण इन्हां दोवां दी रिलेशन की है 1 टेस्ला ते 1 गॉस दे विच रिलेशन की है देखो 1 जो गॉस आ वो इक्वल होंदा 10⁻⁻4 टेस्ला दे इक्वल। ठीक है अपने को जो 1 गॉस आ वो इक्वल होंदा 10⁻⁻4 टेस्ला। ये 1 गॉस ते 1 टेस्ला दे विच रिलेशन होंदा। नेक्स्ट अपने को आया है टॉपिक लॉरेंट्ज फोर्स। व्हाट इज द लॉरेंट्ज फोर्स? लॉरेंट्ज फोर्स ਹੁਣ ਲॉरेंट्ज फोर्स की ਹੁੰਦਾ ਵਾ ਪਹਿਲਾਂ ਆਪਾਂ ਮੈਗਨੈਟਿਕ ਫੋਰਸ ਦੀ ਗੱਲ ਕੀਤੀ ਸੀ। लॉरेंट्ज ने की किया कि जो चार्ज पार्टिकल आ पहला वो जो आप डिस्कस कर चुके हैं वो किसी सिर्फ मैग्नेटिक फील्ड च मूव कराया सी
पर लॉरेंस ने की किया, चार्ज पार्टिकल आ जो वो किहदे च मूव कराया, मैगनैटिक फील्ड प्लस इलैक्ट्रिक फील्ड दोवां च मूव कराता। मतलब जे अपना चार्ज पार्टिकल मैगनैटिक एंड इलैक्ट्रिक फील्ड दोवां च मूव करता है, फिर जो उहदे उत्ते फोर्स लगदा उस फोर्स नूं आपां कहने आ लॉरेंस फोर्स। मतलब इफ अ चार्ज पार्टिकल इज मूविंग इन इलैक्ट्रिक एंड मैगनैटिक फील्ड, then the force experienced by the particle is called Lorentz force. Lorentz force का फार्मूला अपने को की बन जाएगा, F equal to force due to magnetic field, force due to electric field. Magnetic force का ਆਪਾਂ फार्मूला ड्राइव कर चुके हैं, Q equal to V cross BC प्लस इलैक्ट्रिक फील्ड का तुसी फर्स्ट यूनिट जे कर लिया वा, force due to electric field कितना सी, Q into E। ये अपने को बन जू, क्यों कॉमन आ गया है, V क्रॉस B प्लस E। ठीक है, ये अपने को किया गया फोर्स एक्सपीरियंस्ड बाय चार्ज पार्टिकल इन द प्रेजेंस ऑफ बोथ मैग्नेटिक एंड इलेक्ट्रिक फील्ड इज कॉल्ड लॉरेंट्ज फोर्स। ते ओदा रिलेशन अपने को ला आ गया। नेक्स्ट जो अपने को टॉपिक है, वेरी इंपॉर्टेंट टॉपिक, बायट-सैवर्ट लॉ। बायट-सैवर्ट लॉ, ये जो लॉ आपां जो इसकी डेफिनेशन आ ते जो इसका रिलेशन बनूगा आपां नेक्स्ट यूज करना वा अगले टॉपिक्स दे विच, सीधा डायरैक्ट रिलेशन। इस करके इसकी डेफिनेशन भी इंपॉर्टेंट आ ते जो आपां इहनूं यूज करना वा वो भी अपने को रिजल्ट इंपॉर्टेंट है। बायट-सैवर्ट लॉ ने की प्रूव किया, सपोज कर लो कोई भी करंट कैरिंग कंडक्टर है, उस करंट कैरिंग कंडक्टर करके आपां किसी भी पॉइंट के उत्ते मैगनैटिक फील्ड फाइंड करना। मैगनैटिक फील्ड फाइंड करने के लिए आपां नूं की कीता, बायट-सैवर्ट लॉ ने एक रिलेशन ड्राइव किया, उस रिलेशन को यूज करके आपां करंट कैरिंग कंडक्टर करके किसी भी पॉइंट के उत्ते मैगनैटिक फील्ड है जो फाइंड कर सकते। हुण आपां इसदी डेफिनेशन डिस्कस करांगे। डेफिनेशन की है, सपोज कर लो कोई करंट कैरिंग कंडक्टर, इस जो करंट पास होंदा पिया I, अपने को कोई करंट कैरिंग कंडक्टर I करंट पास होंदा पिया, आपां इस पॉइंट के उत्ते P पॉइंट के उत्ते मैगनैटिक फील्ड फाइंड करना। हुण इस करंट कैरिंग कंडक्टर करके इस पॉइंट के उत्ते मैगनैटिक फील्ड कितना होगा वो आपां इहदे विच की करना वा, फाइंड करना। सपोज कर लो आपां इस कोई वायर की स्मॉल लेंथ कंसीडर कर ली DL, इस वायर की लेंथ कितनी है DL, मतलब वो एक पॉइंट की तरह होगा। मतलब वायर के उत्ते आपां पॉइंट कंसीडर कर लिया, उस लेंथ को आपां की कहता DL। इस DL लेंथ करके इस पॉइंट के उत्ते मैग्नेटिक फील्ड फाइंड करना। आपां सपोज कर लेते हैं डिस्टेंस कितना अपने को R, ठीक है, अपने को इस पॉइंट को लेके इस पॉइंट के विच डिस्टेंस कितना वा, वो कितना वा R। इस लेंथ करके इत्थे जो मैग्नेटिक फील्ड होगा वो आपां फाइंड करना। जे लेंथ स्मॉल आ, मैग्नेटिक फील्ड की वैल्यू भी की होगी, स्मॉल होगी, वो आपां फाइंड करनी है। और जो इस पॉइंट के उत्ते मैग्नेटिक फील्ड होगा वो हमेशा परपेंडिकुलर होगा, क्योंकि आपां राइट हैंड थंब रूल यूज कीता सीगा। जिवें कोई वायर आ, मैं इस पॉइंट के उत्ते पॉइंट इस पॉइंट के उत्ते कंसीडर करना, देखो आ वायर आ, ਜਦੋਂ ਤੁਸੀਂ ਇਹਦੇ ਤੇ ਰਾਈਟ ਹੈਂਡ ਥੰਬ ਰੂਲ ਅਪਲਾਈ ਕਰੋਗੇ ਕਰੰਟ ਅਪਵਰਡ ਹੋ ਗਿਆ, ਤੇ ਆ ਜੋ ਫਿੰਗਰ ਆ ਉਹ ਆਊਟਵਰਡ ਆਉਂਦੀਆਂ ਪਈਆਂ। ਮਤਲਬ ਇਸ ਪੁਆਇੰਟ ਦੇ ਉੱਤੇ ਜਦੋਂ ਤੁਸੀਂ ਮੈਗਨੈਟਿਕ ਫੀਲਡ ਫਾਈਂਡ ਕਰੋਗੇ ਉਹ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਇਸ ਤਰ੍ਹਾਂ ਨਹੀਂ ਹੋਊਗੀ, ਉਹ ਕੀ ਹੋਊਗੀ, ਪਰਪੈਂਡੀਕੂਲਰ ਹੋਊਗੀ। ਠੀਕ ਹੈ, ਜਿੱਥੇ ਪੁਆਇੰਟ ਕੰਸੀਡਰ ਕੀਤਾ ਉਹਦੇ ਤੋਂ ਪਰਪੈਂਡੀਕੂਲਰ ਹੋਊਗੀ। ਇਸ ਤਰ੍ਹਾਂ ਜਦੋਂ ਰੂਲ ਅਪਲਾਈ ਕਰੋਗੇ ਫਿੰਗਰ ਆਊਟਵਰਡ ਆ ਨਾ, मतलब इतने जो पॉइंट है वो फिंगर की डायरेक्शन के मैगनैटिक फील्ड को रिप्रजेंट करूँगा। भाई इस पॉइंट के उत्ते मैगनैटिक फील्ड परपेंडिकुलर होगा, मतलब जो पॉइंट है इतने मैगनैटिक फील्ड जो होगा वो पॉइंट तो परपेंडिकुलर होगा। नैक्सट आप सपोज कर लेते हैं एंगल कितना वा थीटा, मतलब जो डिस्टेंस आ लाइन आ इस वायर के नाल कितना एंगल बनाउंदी पई आ एंगल थीटा। ਹੁਣ ਆਪਾਂ ਕੀ ਕਰਨਾ ਵਾ
ਆਪਾਂ ਦੱਸਣਾ ਮੈਗਨੈਟਿਕ ਫੀਲਡ ਡਿਊ ਟੂ ਦਿਸ ਕਰੰਟ ਕੰਡਕਟਰ ਕਿੰਨਾ ਹੋਊਗਾ। ਦੇਖੋ ਕਿਹਦੇ ਇਕੁਅਲ ਹੋਊਗਾ, ਮੈਗਨੈਟਿਕ ਫੀਲਡ ਇੱਕ ਤਾਂ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗਾ। ਆਪਾਂ ਇਹਦਾ ਮੈਗਨੀਟਿਊਡ ਦੀ ਗੱਲ ਕਰਨ ਲੱਗੇ ਆ, ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗਾ ਕਰੰਟ ਦੇ। ਜਿੰਨਾ ਜ਼ਿਆਦਾ ਕਰੰਟ ਉਨਾ ਜ਼ਿਆਦਾ ਮੈਗਨੈਟਿਕ ਫੀਲਡ। ਜਿੰਨੀ ਜ਼ਿਆਦਾ ਲੈਂਥ ਕੰਸੀਡਰ ਕਰੋਗੇ ਉਨਾ ਜ਼ਿਆਦਾ ਮੈਗਨੈਟਿਕ ਫੀਲਡ। ਇਹਦੇ ਵੀ ਡਾਇਰੈਕਟਲੀ ਪ੍ਰੋਪੋਰਸ਼ਨਲ ਹੋ ਗਿਆ। ਉਸ ਤੋਂ ਬਾਅਦ ਇਨਵਰਸਲੀ ਪ੍ਰੋਪੋਰਸ਼ਨਲ ਹੁੰਦਾ ਡਿਸਟੈਂਸ ਦੇ, ਕਿਉਂਕਿ ਆਪਾਂ ਵਾਇਰ ਤੋਂ ਜਿੰਨੀ ਦੂਰ ਜਾਵਾਂਗੇ ਕੀ ਹੋਊਗਾ, ਮੈਗਨੈਟਿਕ ਫੀਲਡ ਦੀ ਸਟਰੈਂਥ ਘਟੂਗੀ। ਇਸ ਕਰਕੇ ਇਹਦੇ ਕੀ ਹੋਊਗਾ, ਡਿਸਟੈਂਸ ਦੇ ਇਨਵਰਸਲੀ ਪ੍ਰੋਪੋਰਸ਼ਨਲ 1/r² ਦੇ। ਲਾਸਟ ਰਹਿ ਗਿਆ ਐਂਗਲ। एंगल जो अपने को डायरेक्टली प्रोपोर्शनल होगा sin थीटा का। ठीक है, मतलब जिवें जिवें एंगल इंक्रीज होता पाया की होगा अपने को 0 to 90 डिग्री हो गया ना। 0 to 90 जिवें जिवें 90 डिग्री होगा ਇਹਦੀ वैल्यू ਕੀ ਹੁੰਦੀ ਪਈ ਆ, ਵਧਦੀ ਪਈ, ਕਿਉਂਕਿ sin 0 ਤੇ 0 90 ਦੇ ਕੀ ਹੁੰਦਾ 1 ਹੁੰਦਾ। ਇਸ ਕਰਕੇ ਜਿਵੇਂ ਜਿਵੇਂ एंगल इंक्रीज ਹੁੰਦਾ ਪਿਆ ਉਵੇਂ ਉਵੇਂ ਇਹਦੀ वैल्यू भी इंक्रीज हो, डायरेक्टली प्रोपोर्शनल हो गया। और ਇਹਨਾਂ ਸਾਰਿਆਂ ਨੂੰ ਆਪਾਂ ਕੀ ਕਰਨਾ, ਕੰਬਾਈਨ ਕਰਨ ਲੱਗੇ ਆ। dB डायरेक्टली प्रोपोर्शनल टू IDL sin थीटा डायरेक्टली वाले ਉੱਤੇ ਰੱਖ ਲਏ, ਜੋ ਇਨਵਰਸਲੀ ਪ੍ਰੋਪੋਰਸ਼ਨਲ ਸੀ ਉਹ ਆਪਣੇ ਕੋਲ ਕੀ ਆ ਗਏ r² ਬਣ ਗਏ। ਇਹ ਆਪਾਂ ਸਾਰੇ ਲੋ ਨੂੰ ਕੰਬਾਈਨ ਕਰਨਾ। ਠੀਕ ਹੈ, ਬਾਇਟ-ਸੈਵਰਟ ਲਾ ਦੀ ਡੈਫੀਨੇਸ਼ਨ ਕੀ ਹੈ ਕਿ magnetic field at any point due to a current carrying conductor is directly proportional to current, directly proportional length, small length, directly proportional, inversely proportional to square of distance and directly proportional to sine of angle theta between current element and जो distance वाली line है। इन्हों को कंबाइन करता, कांस्टेंट हटाता, ਆਪਾਂ proportional sin कांस्टेंट आ गया K IDL sin थीटा बाय r²। ਇੱਥੇ ਜੋ ਕਾਂਸਟੈਂਟ ਦੀ ਵੈਲਿਊ ਆ ਉਹ ਕਾਂਸਟੈਂਟ ਦੀ ਵੈਲਿਊ ਹੁੰਦੀ ਆ μ0/4 ਪਾਈ IDL sin थीटा बाय r²। ਇਹ ਆਪਣੇ ਕੋਲ ਰਿਲੇਸ਼ਨ ਆ ਗਿਆ ਕਿਹਦਾ, ਬਾਇਟ-ਸੈਵਰਟ ਲਾਅ। ਠੀਕ ਹੈ, B dB μ0/4 ਪਾਈ IDL sin थीटा ओवर r²। ये जो रिलेशन आ ये रिलेशन ही ਆਪਾਂ ਅੱਗੇ ਆਰਟੀਕਲਸ ਦੇ ਵਿੱਚ ਯੂਜ਼ ਕਰਨਾ। ਤੇ ਕਿਹਦੇ ਤੇ ਡਰਾਈਵ ਕੀਤਾ ਸੀ, ਬਾਇਟ-ਸੈਵਰਟ ਲਾ ਨੇ। ਹੁਣ ਜੋ μ0/4 ਪਾਈ ਦੀ ਵੈਲਿਊ ਆ ਉਹ ਫਿਕਸ ਹੁੰਦੀ ਆ 10⁻⁻⁷, ਕਿਉਂਕਿ ਇਹ ਕਾਂਸਟੈਂਟ ਆ, ਕਾਂਸਟੈਂਟ ਦੀ ਵੈਲਿਊ ਫਿਕਸ ਹੋਊ। ਇੱਥੇ ਜੋ μ ਆ, μ ਨੂੰ ਆਪਾਂ ਕਹਿ ਦਿੰਦੇ ਆ μ0 ਐਬਸੋਲੂਟ permeability in free space। μ0 ਨੂੰ ਆਪਾਂ ਕਹਿ ਦਿੰਦੇ ਆ absolute permeability in free space। ਹੁਣ ਇਹਦੇ ਤੁਸੀਂ ਯੂਨਿਟ ਵੀ ਡਿਫਾਈਨ ਕਰ ਸਕਦੇ ਆ, ਡਰਾਈਵ ਕਰ ਸਕਦੇ ਆ ਇਸ ਰਿਲੇਸ਼ਨ ਤੋਂ। ਦੇਖੋ ਕੀ ਬਣਨਗੇ ਰਿਲੇਸ਼ਨ ਤੋਂ μ0 इक्वल टू आ मल्टीप्लाई हो गया r² IDL की हो जाएगा डिवाइड sin थीटा की डिवाइड। ਇਹਦੇ ਯੂਨਿਟ ਆਪਾਂ ਹੁਣੀ ਡਰਾਈਵ ਕੀਤੇ ਟੈਸਲਾ ਸੀ। ਡਿਸਟੈਂਸ ਦੇ ਸਾਰਿਆਂ ਨੂੰ ਪਤਾ ਮੀਟਰ, ਮੀਟਰ ਸਕੁਅਰ ਆ ਜਾਊਗਾ, ਕਰੰਟ ਦੇ ਐਂਪੀਅਰ, ਲੈਂਥ ਦੇ ਮੀਟਰ, sin ਥੀਟਾ ਕੀ ਹੁੰਦਾ ਉਹਦੇ ਆਪਾਂ ਕਿਹਾ ਸੀ ਕੋਈ ਵੀ ਨੂਮੈਰੀਕਲ ਵੈਲਿਊ ਹੋਊਗੀ ਉਹਦੇ ਕੋਈ ਡਾਈਮੈਂਸ਼ਨ ਆਪਾਂ ਯੂਨਿਟ ਨਹੀਂ ਲਿਖਣੇ। ਮੀਟਰ ਦੇ ਨਾਲ ਮੀਟਰ ਕੈਂਸਲ, ਕਿੰਨਾ ਆ ਜਾਊਗਾ ਟੈਸਲਾ ਮੀਟਰ ਐਂਪੀਅਰ ਇਨਵਰਸ, मतलब म्यू ਦੇ ਜੋ ਯੂਨਿਟ ਆ ਕਿੰਨੇ ਆ ਟੈਸਲਾ ਮੀਟਰ ਐਂਪੀਅਰ ਇਨਵਰਸ। ਇਸ ਤਰ੍ਹਾਂ ਆਪਾਂ ਇਸ ਦੇ ਯੂਨਿਟ ਵੀ ਤੋਂ ਡਿਫਾਈਨ ਕਰਤੇ। ਇਹਦੀ ਜੋ ਵੈਲਿਊ ਆ ਉਹ 10⁻⁷ ਫਿਕਸ ਹੁੰਦੀ ਹੈ ਕਾਂਸਟੈਂਟ। ਹੁਣ ਨੈਕਸਟ ਜੋ ਆਪਾਂ ਇਹਨੂੰ ਵੈਕਟਰ ਦੀ ਫਾਰਮ 'ਚ ਲਿਖਣਾ। ਵੈਕਟਰ ਦੀ ਫਾਰਮ ਦੇ ਵਿੱਚ ਲਿਖਣ ਦਾ ਮਤਲਬ ਕੀ ਆ ਕਿ ਜੋ ਇੱਥੇ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਇਆ, ਠੀਕ ਹੈ, ਤੁਹਾਨੂੰ ਕਿਹਾ ਸੀ ਆਪਾਂ ਮੈਗਨੈਟਿਕ ਫੀਲਡ ਜਾਂ ਕ੍ਰਾਸ ਨਾਲ ਜਾਂ ਡਾਟ ਦੇ ਨਾਲ ਡਿਨੋਟ ਕਰਦੇ। ਉਹ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ
ਕਿਸ ਸਾਈਡ ਹੋਊਗੀ, ਠੀਕ ਆ, ਉਹ ਰਿਪਰੈਜ਼ੈਂਟ ਕਰਦਾ ਆਪਣਾ ਉਹਦੀ ਵੈਕਟਰ ਫਾਰਮ। ਤਾਂ ਜਦੋਂ ਵੀ ਆਪਾਂ ਡਾਇਰੈਕਸ਼ਨ ਦੀ ਗੱਲ ਕਰਦੇ ਹਾਂ ਆਪਾਂ ਯੂਨਿਟ ਵੈਕਟਰ ਦੀ ਵੀ ਗੱਲ ਕਰਦੇ ਹਾਂ। ਮਤਲਬ ਹੁਣ ਆਪਾਂ ਕੀ ਕਰਨ ਲੱਗੇ ਆ, ਇੱਥੋਂ ਆ ਮੈਗਨੀਟਿਊਡ ਹਟਾਤਾ, ਜੋ ਆਪਾਂ ਮੈਗਨੀਟਿਊਡ ਫਾਈਂਡ ਕੀਤਾ ਸੀਗਾ, ਫਿਰ ਤੇ ਸਿੰਬਲ ਆ ਜੂ ਵੈਕਟਰ ਦਾ। ਆਪਾਂ ਹੁਣ ਇਹਦੀ ਡਾਇਰੈਕਸ਼ਨ ਫਾਈਂਡ ਕਰਨ ਲੱਗੇ ਆ, ਵੈਕਟਰ ਦੀ ਫਾਰਮ ਤੇ ਲਿਜਾਣ ਲੱਗੇ ਆ। μ naught over 4 pi I dl sin theta over r square ਨਾਲ ਆ ਗਿਆ ਇਹਦੇ ਡਾਇਰੈਕਸ਼ਨ r ਕੈਪ। r ਕੈਪ ਦਾ ਮਤਲਬ ਕੀ ਆ, ਜਿਸ ਸਾਈਡ ਆਪਣੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਆ ਉਸੇ ਸਾਈਡ ਆਪਣਾ ਯੂਨਿਟ ਵੈਕਟਰ ਹੁੰਦਾ। ਮਤਲਬ ਇਹ ਯੂਨਿਟ ਵੈਕਟਰ ਰਿਪਰੈਜ਼ੈਂਟ ਕਰਦਾ ਪਿਆ ਡਾਇਰੈਕਸ਼ਨ ਕਿਹਦੀ ਡਾਇਰੈਕਸ਼ਨ ਰਿਪਰੈਜ਼ੈਂਟ ਕਰਦਾ ਪਿਆ ਇਹ ਇਸ ਮੈਗਨੈਟਿਕ ਫੀਲਡ। ਉਸ ਤੋਂ ਬਾਅਦ ਆਪਾਂ ਇਹਨੂੰ ਹੋਰ ਸਿੰਪਲੀਫਾਈ ਕਰ ਲੈਂਦੇ ਆ, ਕਿਉਂਕਿ ਆਪਾਂ ਨੂੰ ਪਤਾ +1 ਦੇ ਵਿੱਚ ਆਪਾਂ ਕੀਤਾ ਸੀਗਾ ਜੋ ਯੂਨਿਟ ਵੈਕਟਰ ਆ, ਯੂਨਿਟ ਵੈਕਟਰ ਦਾ ਰਿਲੇਸ਼ਨ ਕੀ ਸੀ, ਡੈਫੀਨੇਸ਼ਨ ਕੀ ਸੀ, ਵੈਕਟਰ ਡਿਵਾਈਡ ਬਾਈ ਵੈਕਟਰ ਦਾ ਮੈਗਨੀਟਿਊਡ, ਠੀਕ ਆ, ਵੈਕਟਰ ਦਾ ਮੈਗਨੀਟਿਊਡ। ਜੇ ਵੈਕਟਰ ਨੂੰ ਵੈਕਟਰ ਦੇ ਮੈਗਨੀਟਿਊਡ ਦੇ ਨਾਲ ਡਿਵਾਈਡ ਕਰ ਦਈਏ ਯੂਨਿਟ ਵੈਕਟਰ ਆ ਜਾਂਦਾ। ਹੁਣ ਆਪਣੇ ਕੋਲ I dl ਆ ਜੋ ਇਹ ਕੰਬਾਈਨ ਨੂੰ ਆਪਾਂ ਬੋਲ ਦਿੰਦੇ ਆ ਕਰੰਟ ਐਲੀਮੈਂਟ। ਮਤਲਬ ਜੋ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਨਾ ਇਸ ਕਰੰਟ ਐਲੀਮੈਂਟ ਨੇ ਇਕੱਠੇ ਮਿਲ ਕੇ ਪ੍ਰੋਡਿਊਸ ਕਰਨਾ। ਕਰੰਟ ਸਕੇਲਰ ਕੁਆਂਟੀਟੀ ਆ, ਠੀਕ ਆ, ਮਤਲਬ ਆਪਾਂ ਇਸ I ਤੇ dl ਜੋ ਕਰੰਟ ਐਲੀਮੈਂਟ ਆ ਉਹਦੀ ਜੋ ਡਾਇਰੈਕਸ਼ਨ ਆਪਣੇ ਕੋਲ ਕੀ ਆ ਗਈ, ਜਿਸ ਡਾਇਰੈਕਸ਼ਨ 'ਚ ਕਰੰਟ ਫਲੋ ਕਰਦਾ ਹੈ ਉਸ ਦੀ ਆਪਾਂ ਡਾਇਰੈਕਸ਼ਨ ਕਹਿ ਸਕਦੇ ਹਾਂ। ਤੇ ਹੁਣ ਦੇਖੋ ਆਪਣੇ ਕੋਲ ਕੀ ਬਣ ਜਾਊਗਾ, dB μ naught over 4 pi I ਐਜ਼ ਇਟ ਹੀ ਰਹਿ ਜਾਣਾ ਤੇ dl sin theta r ਕੈਪ ਦੀ ਵੈਲਿਊ r ਵੈਕਟਰ ਡਿਵਾਈਡ ਬਾਈ ਮੈਗਨੀਟਿਊਡ ਆਫ ਵੈਕਟਰ। ਇਹਦਾ ਮੈਗਨੀਟਿਊਡ r ਹੀ ਲਿਖ ਸਕਦੇ ਆ। ਦੇਖੋ r into r square ਕਿੰਨਾ ਬਣ ਜਾਊਗਾ, r ਦਾ ਕਿਊਬ। ਸਾਈਨ ਹਟਾਓ, ਜਦੋਂ ਸਾਈਨ ਹਟਾਉਂਦੇ ਆਪਾਂ ਕਿਹੜੀ ਪ੍ਰੋਡਕਟ ਆ ਜਾਂਦੀ ਹੈ, ਕ੍ਰਾਸ। ਇਹ ਕੀ ਬਣ ਜਾਊਗਾ ਆਪਣੇ ਕੋਲ dB μ naught over 4 pi I ਐਜ਼ ਇਟ ਹੀ dl cross r ਡਿਵਾਈਡ ਬਾਈ r ਕਿਊਬ। ਆ ਆਪਣੇ ਕੋਲ ਕੀ ਬਣ ਗਿਆ, ਇਹਦੀ ਵੈਕਟਰ ਫਾਰਮ ਬਣ ਗਈ, ਠੀਕ ਹੈ। ਆਪਾਂ ਇਸ ਨੂੰ ਰਿਪਰੈਜ਼ੈਂਟ ਕਰਤਾ ਵੈਕਟਰ ਫਾਰਮ ਦੇ ਵਿੱਚ। ਆਪਾਂ ਸਿਰਫ ਇਹਦੀ ਵੈਲਿਊ ਪੁੱਟ ਕੀਤੀ ਆ, ਵੈਕਟਰ ਡਿਵਾਈਡ ਬਾਈ ਮੈਗਨੀਟਿਊਡ dl ਤੇ r ਕੀ ਸੀ ਆਪਣੇ ਕੋਲ, r ਵੈਕਟਰ ਆਪਣੇ ਕੋਲ ਇਸੇ ਸਾਈਡ ਆ ਜਾਊਗਾ, ਪੋਜੀਸ਼ਨ ਵੈਕਟਰ ਆਫ ਮੈਗਨੈਟਿਕ ਫੀਲਡ ਹੈ r ਵੈਕਟਰ। r ਤੇ dl ਇਹਨਾਂ ਦੋਵਾਂ ਦੇ ਜਦੋਂ ਆਪਾਂ ਸਾਈਨ ਨੂੰ ਰਿਮੂਵ ਕਰਾਂਗੇ, ਜਦੋਂ ਸਾਈਨ ਨੂੰ ਰਿਮੂਵ ਕਰਦੇ ਆ ਆਪਣੇ ਕੋਲ ਕੀ ਆ ਜਾਂਦੀ ਆ, ਕ੍ਰਾਸ ਪ੍ਰੋਡਕਟ ਆ ਜਾਂਦੀ ਹੈ। ਇਸ ਕਰਕੇ ਜਦੋਂ ਆਪਾਂ ਸਾਈਨ ਹਟਾਇਆ ਇੱਥੇ ਕ੍ਰਾਸ ਲਾ ਕੇ, ਜੇ cos ਹੁੰਦਾ ਫਿਰ ਇੱਥੇ ਡਾਟ ਪ੍ਰੋਡਕਟ ਆ ਜਾਣੀ ਸੀ। +1 ਦੇ ਵਿੱਚ ਆਪਾਂ ਟੌਪਿਕ ਕੀਤੇ ਹੋਏ ਕ੍ਰਾਸ ਐਂਡ ਡਾਟ। ਸੋ ਇਹ ਸੀ ਅੱਜ ਦਾ ਟੌਪਿਕ ਜਿਹਦੇ 'ਚ ਆਪਾਂ ਡਿਸਕਸ ਕੀਤਾ ਬਾਇਓ-ਸੇਵਰਟ ਲਾ ਦੇ ਬਾਰੇ, ਲੌਰੈਂਸ ਫੋਰਸ ਬਾਰੇ ਤੇ ਮੈਗਨੈਟਿਕ ਫੀਲਡ ਦੇ ਆਪਾਂ ਯੂਨਿਟ ਡਿਫਾਈਨ ਕੀਤੇ ਸੀ। ਸੋ ਇਹ ਟੌਪਿਕ ਇੰਪੋਰਟੈਂਟ ਸੀ, ਰਿਲੇਸ਼ਨ ਤੁਸੀਂ ਯਾਦ ਰੱਖਣਾ। ਇਹ ਰਿਲੇਸ਼ਨ ਅੱਗੇ ਆਪਾਂ ਐਪਲੀਕੇਸ਼ਨ ਦੇ ਵਿੱਚ ਯੂਜ਼ ਕਰਨਾ ਹੁੰਦਾ, ਡਾਇਰੈਕਟ ਰਿਲੇਸ਼ਨ। ਥੈਂਕਸ।